परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਆਪਾਂ ਪਰਮੇਸ਼ਰ ਜੀ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਸੁਣਾਂਗੇ। ਪਹਿਲੀ ਗਵਾਹੀ ਸਿਸਟਰ ਰੁਪਿੰਦਰ ਕੌਰ ਦੀ ਹੈ, ਜੋ ਦੱਸਦੇ ਹਨ ਕਿ ਉਹਨਾਂ ਦੇ ਹਸਬੈਂਡ ਰਤਨ ਸਿੰਘ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ ਸਨ ਅਤੇ ਲੜਾਈ ਝਗੜਾ ਕਰਦੇ ਸਨ, ਤਾਂ ਕਾਫੀ ਸਮੇਂ ਤੋਂ ਉਹਨਾਂ ਦੀ ਗੱਲਬਾਤ ਬੰਦ ਸੀ। ਤਾਂ ਸਿਸਟਰ ਜੀ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਤਾਂ ਸਿਸਟਰ ਦੱਸਦੇ ਨੇ ਕਿ ਪ੍ਰੇਅਰ ਕਰਵਾਉਣ ਤੋਂ 1-2 ਦਿਨ ਬਾਅਦ ਹੀ ਉਹਨਾਂ ਦੀ ਕਾਲ ਆ ਗਈ। ਹੁਣ ਉਹਨਾਂ ਦੇ ਹਸਬੈਂਡ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਹਨ। ਇਸ ਚੰਗਿਆਈ ਦੇ ਲਈ ਪਰਮੇਸ਼ਰ ਜੀ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਦੂਸਰੀ ਗਵਾਹੀ ਸਿਸਟਰ ਸੋਨੀ ਦੀ ਹੈ, ਜਿਨ੍ਹਾਂ ਦੇ ਹਸਬੈਂਡ ਜੇਲ੍ਹ ਵਿੱਚ ਸਨ ਔਰ ਉਹਨਾਂ ਦੀ ਜ਼ਮਾਨਤ ਲਗਾਉਣ ਲਈ ਨਾ ਤਾਂ ਉਹਨਾਂ ਕੋਲ ਪੈਸੇ ਦਾ ਕੋਈ ਇੰਤਜ਼ਾਮ ਹੋ ਰਿਹਾ ਸੀ ਅਤੇ ਨਾ ਹੀ ਉਹਨਾਂ ਦੀ ਗਵਾਹੀ ਦੇ ਲਈ ਕੋਈ ਪਰਸਨ ਅੱਗੇ ਆ ਰਿਹਾ ਸੀ। ਤਾਂ ਇਸ ਦੁੱਖ ਦੇ ਸਮੇਂ ਵਿੱਚ ਸਿਸਟਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਸਿਸਟਰ ਦੱਸਦੇ ਨੇ ਕਿ ਪ੍ਰੇਅਰ ਕਰਵਾਉਣ ਤੋਂ 1 ਘੰਟੇ ਬਾਅਦ ਹੀ ਉਹਨਾਂ ਦੇ ਜ਼ਮਾਨਤ ਦੇ ਪੈਸੇ ਦਾ ਵੀ ਇੰਤਜ਼ਾਮ ਹੋ ਗਿਆ ਔਰ ਗਵਾਹੀ ਦੇਣ ਲਈ ਵੀ ਇੱਕ ਪਰਸਨ ਮਿਲ ਗਿਆ। ਇਹਦੇ ਲਈ ਪਰਮੇਸ਼ਰ ਜੀ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਅਸੀਂ ਬਹੁਤ ਵਾਰ ਸੋਚਦੇ ਹਾਂ ਕਿ ਅਸੀਂ ਅਜਿਹਾ ਕੀ ਕਰੀਏ ਜਿਹਦੇ ਕਰਕੇ ਪਰਮੇਸ਼ਰ ਜਦ ਵੀ ਅਸੀਂ ਬੋਲੀਏ ਉਦੋਂ ਹੀ ਸਾਡੀ ਸੁਣਿਆ ਅਤੇ ਸਾਨੂੰ ਉੱਤਰ ਦੇਵੇ। ਅਜਿਹੇ ਕਿਹੜੇ ਕੰਮ ਨੇ ਜਿਨ੍ਹਾਂ ਤੋਂ ਪਰਮੇਸ਼ਰ ਆਨੰਦਿਤ ਹੁੰਦਾ, ਔਰ ਅਜਿਹਾ ਕੀ ਬਦਲਾਵ ਕਰੀਏ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹਦੇ ਦੁਆਰਾ ਅਸੀਂ ਜੋ ਵੀ ਮੰਗੀਏ ਉਹ ਸਾਨੂੰ ਦਿੱਤਾ ਜਾਵੇ। ਤਾਂ ਸਭ ਤੋਂ ਪਹਿਲਾਂ ਅਸੀਂ ਵਚਨ 'ਚੋਂ ਪੜ੍ਹਾਂਗੇ ਯਾਕੂਬ 4:9-10 ਨੰਬਰ ਆਇਤ ਨੂੰ। ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਵਿੱਚ ਅਤੇ ਤੁਹਾਡਾ ਆਨੰਦ ਉਦਾਸੀ ਵਿੱਚ ਬਦਲ ਜਾਵੇ। ਪ੍ਰਭੂ ਦੇ ਸਾਹਮਣੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਕਹਿੰਦਾ ਦੁਖੀ ਹੋਵੋ ਤੇ ਸੋਗ ਕਰੋ। ਕਿਸ ਚੀਜ਼ ਦਾ ਸੋਗ ਕਰੀਏ ਅਸੀਂ? ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਬੰਦ ਕਰੋ ਔਰ ਆਪਣੀ ਜ਼ਿੰਦਗੀ 'ਚ ਉਹਨਾਂ ਸਾਰੇ ਡਾਰਕ ਸਾਈਡਸ ਨੂੰ ਦੇਖੋ ਜੋ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਡਾਰਕ ਨੇ। ਮਤਲਬ ਕਿ ਉਹਨਾਂ ਸਾਰੇ ਕੰਮਾਂ ਨੂੰ ਯਾਦ ਕਰੋ ਜੋ ਤੁਹਾਨੂੰ ਖੁਦ ਨੂੰ ਵੀ ਖੁਸ਼ੀ ਨਹੀਂ ਦਿੰਦੇ। ਕਿਸੇ ਦੀ ਚੁਗਲੀ ਕਰਨਾ, ਕਿਸੇ ਬਾਰੇ ਬੁਰਾ ਬੋਲਣਾ, ਮਨ ਦੇ ਬੁਰੇ ਵਿਚਾਰ, ਬੁਰੀਆਂ ਸੋਚਾਂ, ਝੂਠ ਬੋਲਣਾ, ਹੰਕਾਰ, ਵਿਭਚਾਰ, ਨਸ਼ਾ, ਲੜਾਈ ਝਗੜਾ, ਕ੍ਰੋਧ ਔਰ ਈਰਖਾ, ਜਲਸੀ ਔਰ ਕਿੰਨੀਆਂ ਹੀ ਬੁਰਾਈਆਂ ਨੇ। ਇਹਨਾਂ ਵਿੱਚੋਂ ਵੇਖੋ ਕਿ ਉਹ ਕਿਹੜੀਆਂ ਬੁਰਾਈਆਂ ਨੇ ਜੋ ਨਾ ਤਾਂ ਤੁਹਾਨੂੰ ਖੁਸ਼ੀ ਦਿੰਦੀਆਂ, ਨਾ ਉਸ ਕਰਕੇ ਕਿਸੇ ਹੋਰ ਨੂੰ ਖੁਸ਼ੀ ਹੁੰਦੀ ਆ, ਬਲਕਿ ਤੁਹਾਡੇ ਘਰ ਦੇ ਵਿੱਚ ਲੜਾਈ, ਕਲੇਸ਼, ਦੁੱਖ, ਸੋਗ ਰਹਿੰਦਾ ਆ। ਤਾਂ ਵਚਨ ਕਹਿੰਦਾ ਕਿ ਦੁਖੀ ਹੋ ਜਾਓ, ਸੋਗ ਕਰੋ ਅਤੇ ਰੋਵੋ ਉਹਨਾਂ ਕੰਮਾਂ ਦੇ ਲਈ। ਕਹਿਣ ਦਾ ਭਾਵ ਆ ਕਿ ਇਸੇ ਸਮੇਂ ਤੌਬਾ ਕਰੋ ਉਸ ਪਰਮੇਸ਼ਰ ਅੱਗੇ ਉਹਨਾਂ ਸਾਰੇ ਗਲਤ ਕੰਮਾਂ ਤੋਂ, ਜਿਹੜੇ ਕੰਮ ਨਾ ਤਾਂ ਸੰਸਾਰਿਕ ਰੂਪ 'ਚ ਚੰਗੇ ਨੇ ਅਤੇ ਨਾ ਹੀ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਚੰਗੇ ਨੇ। ਤਾਂ ਉਹਨਾਂ ਸਾਰੇ ਚੰਗੇ ਕੰਮਾਂ ਨੂੰ ਪ੍ਰਾਪਤ ਕਰਨ ਦੇ ਲਈ, ਚੰਗੇ ਕੰਮਾਂ ਦੇ ਵਿੱਚ ਵਧਣ ਦੇ ਲਈ ਪਰਮੇਸ਼ਰ ਦੇ ਅੱਗੇ ਝੁਕ ਜਾਓ, ਦੀਨ ਅਤੇ ਨਮਰ ਹੋ ਜਾਓ, ਪ੍ਰਭੂ ਦੀ ਕਿਰਪਾ ਦੇ ਵਿੱਚ ਪਹੁੰਚੋ ਅਤੇ ਉਹਦੀ ਕਿਰਪਾ ਤੋਂ ਵਾਂਝੇ ਨਾ ਰਹੋ। ਕਹਿੰਦਾ ਤੁਹਾਡਾ ਹਾਸਾ ਸੋਗ ਦੇ ਵਿੱਚ ਬਦਲ ਜਾਵੇ ਅਤੇ ਤੁਹਾਡਾ ਆਨੰਦ ਉਦਾਸੀ ਦੇ ਵਿੱਚ ਬਦਲ ਜਾਵੇ। 2 ਨੰਬਰ ਦੀ ਕਮਾਈ, ਵਿਅਰਥ ਦਾ ਚੋਰੀਆਂ, ਝੂਠ, ਲੋਭ, ਹੰਕਾਰ ਦੇ ਦੁਆਰਾ ਕੀਤਾ ਗਿਆ ਉਹ ਸਾਰਾ ਕੰਮ ਜੋ ਕਿਸੇ ਹੋਰ ਦੇ ਦੁੱਖ ਦਾ ਕਾਰਨ ਸੀ, ਅੱਜ ਉਹ ਤੁਹਾਨੂੰ ਦੁਖੀ ਕਰੇ।
ਅੱਜ ਤੁਹਾਡਾ ਮਨ ਉਹਨਾਂ ਸਾਰੇ ਗਲਤ ਕੰਮਾਂ ਤੋਂ ਮੁੜ ਆਵੇ ਔਰ ਤੁਸੀਂ ਦਿਲ ਤੋਂ ਤੌਬਾ ਕਰੋ ਔਰ ਮੰਨੋ ਕਿ ਪਰਮੇਸ਼ਰ ਸੱਚਮੁੱਚ ਮੇਥੋਂ ਗਲਤੀਆਂ ਗੁਨਾਹ ਹੋ ਗਏ ਨੇ, ਮੈਂ ਪਾਪੀ ਅਤੇ ਗੁਨਹਗਾਰ ਹਾਂ, ਮੈਂ ਬਹੁਤੇ ਵਾਰ ਪਾਪ ਕੀਤੇ, ਬਹੁਤੇ ਵਾਰ ਮੇਥੋਂ ਜਾਣੇ ਵਿੱਚ, ਬਹੁਤੇ ਵਾਰ ਅਣਜਾਣੇ ਵਿੱਚ ਮੇਥੋਂ ਹੋਏ ਨੇ। ਪ੍ਰਭੂ ਬਹੁਤ ਵਾਰ ਮੈਂ ਜਾਣਿਆ ਕਿ ਇਹ ਪਾਪ ਹੈ, ਪਰ ਮੈਂ ਫਿਰ ਵੀ ਜਾਣ ਬੁੱਝ ਕੇ ਕੀਤਾ। ਮੈਨੂੰ ਮਾਫ਼ ਕਰ, ਮੇਰੇ ਤੇ ਦਇਆ ਕਰ, ਮੈਨੂੰ ਆਪਣੇ ਲਹੂ ਦੇ ਵਿੱਚ ਧੋ ਕੇ ਸ਼ੁੱਧ ਕਰ, ਮੈਨੂੰ ਬਦਲ ਦੇ ਪ੍ਰਭੂ। ਵਚਨ ਕਹਿੰਦਾ ਨੀਵੇਂ ਬਣੋ ਫਿਰ ਤੁਸੀਂ ਉੱਚੇ ਕੀਤੇ ਜਾਓਗੇ, ਕਿਉਂਕਿ ਜੋ ਅੱਜ ਤੋਂ ਪਹਿਲਾਂ ਦੇ ਸਾਡੇ ਕੰਮ ਸੀ ਆਪਣੇ ਆਪ ਨੂੰ ਉੱਚਾ ਕਰਨ ਵਾਲੇ ਸੀ ਕਿ ਮੈਂ ਚੋਰੀਆਂ ਕਰਕੇ ਬਹੁਤਾ ਪੈਸਾ ਕਮਾ ਲਾਂ, ਵਿਚਾਰ ਕਰਕੇ ਮੈਂ ਆਪਣੇ ਸਰੀਰ ਨੂੰ ਖੁਸ਼ ਕਰ ਲਵਾਂ, ਵਿਅਰਥ ਦਾ ਧਨ, ਚੋਰੀ ਦੀ, ਝੂਠ ਦੀ, 2 ਨੰਬਰ ਦੀ ਕਮਾਈ ਕਰਕੇ ਮੈਂ ਆਪਣੇ ਖਜ਼ਾਨੇ ਭਰ ਲਵਾਂ। ਪਰ ਦੇਖੋ ਕਿ ਉਹ ਕੰਮ ਜਿਹੜੇ ਤੁਸੀਂ ਦੁਨੀਆ ਤੋਂ ਚੋਰੀ ਕਰ ਰਹੇ ਹੋ, ਉਹ ਕੰਮ ਫਿਰ ਤਾਂ ਸੰਸਾਰ ਦੀ ਨਿਗਾਹ 'ਚ ਵੀ ਚੰਗੇ ਨਹੀਂ ਹੈਗੇ ਜਿਹੜੇ ਤੁਸੀਂ ਲੁਕਾ ਕੇ ਕਰ ਰਹੇ ਹੋ, ਅਤੇ ਉਹ ਕੰਮ ਪ੍ਰਭੂ ਦੀ ਨਿਗਾਹ 'ਚ ਕਿੱਦਾਂ ਚੰਗੇ ਹੋਣਗੇ। ਅਤੇ ਜਦੋਂ ਤੁਸੀਂ ਕੰਮ ਹੀ ਉਹ ਕਰ ਰਹੇ ਹੋ ਜਿਹੜੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਚੰਗੇ ਨਹੀਂ ਹੈਗੇ, ਤਾਂ ਫਿਰ ਕਿੱਦਾਂ ਕਹਿ ਸਕਦੇ ਹੋ ਤੁਸੀਂ ਕਿ ਜਦੋਂ ਤੁਸੀਂ ਬੋਲੋ ਪ੍ਰਭੂ ਤੁਹਾਡੀ ਸੁਣੇ, ਜਦੋਂ ਤੁਸੀਂ ਮੰਗੋ ਤੁਹਾਨੂੰ ਦੇ ਦਿੱਤਾ ਜਾਵੇ। ਕਿਉਂਕਿ ਤੁਸੀਂ ਸੰਸਾਰ ਵਿੱਚ ਆਪਣੇ ਆਪ ਨੂੰ ਉੱਚਾ ਕਰੀ ਬੈਠੇ ਆ, ਉਹ ਗੱਲਾਂ ਨੂੰ ਲਈ ਬੈਠੇ ਜਿਹੜੀਆਂ ਨੂੰ ਪਰਮੇਸ਼ਰ ਪਸੰਦ ਨਹੀਂ ਕਰਦਾ। ਇਸ ਲਈ ਅੱਜ ਹੀ ਦੁੱਖ ਕਰੋ, ਉਸ ਚੀਜ਼ ਦਾ ਸੋਗ ਕਰੋ, ਤੌਬਾ ਕਰੋ, ਪਛਤਾਤਾਪ ਕਰੋ, ਨੀਵੇਂ ਹੋ ਜਾਓ। ਕਹਿੰਦਾ ਵਚਨ ਕਹਿੰਦਾ ਜੇ ਤੁਸੀਂ ਨੀਵੇਂ ਹੋਵੋਗੇ ਫਿਰ ਹੀ ਤੁਸੀਂ ਉੱਚੇ ਕੀਤੇ ਜਾਓਗੇ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ ਪਹਿਲਾ ਥੈਸਲੋਨੀਕੀਆਂ ਉਹਦੇ 5 ਨੰਬਰ ਅਧਿਆਇ ਦੀ 9 ਨੰਬਰ ਆਇਤ ਨੂੰ, ਕਿਉਂ ਜੋ ਪਰਮੇਸ਼ਰ ਨੇ ਸਾਨੂੰ ਕ੍ਰੋਧ ਦੇ ਲਈ ਨਹੀਂ ਸਗੋਂ ਇਸ ਲਈ ਠਹਿਰਾਇਆ ਕਿ ਅਸੀਂ ਆਪਣੇ ਪ੍ਰਭੂ ਮਸੀਹ ਦੇ ਰਾਹੀਂ ਮੁਕਤੀ ਨੂੰ ਪ੍ਰਾਪਤ ਕਰੀਏ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਦੱਸਦਾ ਕਿ ਮੁਕਤੀ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਇੱਥੇ ਆਏ ਹਾਂ। ਇਸ ਸੰਸਾਰ ਦੇ ਵਿੱਚ ਅਸੀਂ ਇਸ ਲਈ ਨਹੀਂ ਆਏ ਸੀ ਕਿ ਅਸੀਂ ਸੰਸਾਰ ਨੂੰ ਪ੍ਰਾਪਤ ਕਰਨਾ, ਕਿਉਂਕਿ ਆਦਮ ਤੇ ਹਵਾ ਨੇ ਅਣਆਗਿਆਕਾਰੀ ਕੀਤੀ। ਜੇ ਉਹ ਉੱਥੇ ਰਹਿੰਦੇ, ਹੋ ਸਕਦਾ ਪਰਮੇਸ਼ਰ ਉਹਨੂੰ ਜੀਵਨ ਦੇ ਰਵਿਸ਼ ਤੋਂ ਖਾਣ ਦੇ ਲਈ ਦਿੰਦੇ ਔਰ ਉਹ ਕਦੇ ਨਾ ਮਰਦੇ, ਉੱਥੇ ਪਰਮੇਸ਼ਰ ਦੇ ਨਾਲ ਹੱਸਦੇ ਖੇਡਦੇ, ਖੁਸ਼ੀ ਮਨਾਉਂਦੇ, ਖੁਸ਼ਹਾਲ ਰਹਿੰਦੇ। ਪਰ ਪਰਮੇਸ਼ਰ ਕਹਿੰਦਾ ਜਦੋਂ ਤੁਸੀਂ ਅਣਆਗਿਆਕਾਰੀ ਕੀਤੀ, ਇੱਥੇ ਤੁਹਾਨੂੰ ਉਸ ਜੀਵਨ ਦੇ ਵ੍ਰਿਸ਼ ਤੋਂ ਖਾਣ ਦੇ ਲਈ, ਅਧਿਕਾਰ ਲੈਣ ਦੇ ਲਈ, ਇਸ ਦੁੱਖਾਂ ਭਰੇ ਜੀਵਨ ਤੋਂ ਮੁਕਤੀ ਦੇ ਲਈ, ਇਸ ਵਾਰ-ਵਾਰ ਮਰਨ ਜਿਉਣ ਦੀ ਮੁਕਤੀ ਤੋਂ ਕਹਿੰਦਾ ਮੈਂ ਇਸ ਜਗਤ ਵਿੱਚ ਭੇਜਿਆ ਸੀ। ਕਹਿੰਦਾ ਪਰ ਤੁਸੀਂ ਇੱਥੇ ਆ ਕੇ ਜਗਤ ਨੂੰ ਹੀ ਪ੍ਰੇਮ ਕਰਨ ਲੱਗ ਗਏ, ਸੰਸਾਰ ਦੀਆਂ ਚੀਜ਼ਾਂ ਪ੍ਰਾਪਤ ਕਰਨ ਲੱਗ ਗਏ, ਆਪਣੇ ਆਪ ਨੂੰ ਕ੍ਰੋਧ, ਈਰਖਾ, ਵੈਰ ਵਿਰੋਧ, ਜੈਲਸੀ, ਲੜਾਈ ਝਗੜੇ ਦੇ ਵਿੱਚ ਪਾ ਲਿਆ। ਕਹਿੰਦਾ ਪਰ ਮੈਂ ਤੁਹਾਨੂੰ ਮੁਕਤੀ ਦੇ ਲਈ ਭੇਜਿਆ ਸੀ। ਤਾਂ ਅੱਜ ਅਸੀਂ ਉਸ ਸਾਰੇ ਕੰਮਾਂ ਤੋਂ ਤੌਬਾ ਕਰੀਏ ਜੋ ਸੰਸਾਰਿਕ ਨੇ ਔਰ ਉਹਨਾਂ ਸਾਰੇ ਰਾਹਾਂ ਤੋਂ ਮੁੜ ਆਈਏ ਜੋ ਸਾਨੂੰ ਸੰਸਾਰ ਵਿੱਚ ਵਧਾਉਂਦੇ ਨੇ, ਪਰ ਉਹਨਾਂ ਸਾਰੇ ਕੰਮਾਂ ਵੱਲ ਵਧੀਏ ਜੋ ਸਾਨੂੰ ਮੁਕਤੀ ਦੇ ਵੱਲ, ਸਵਰਗ ਦੇ ਰਾਜ ਵੱਲ ਲੈ ਕੇ ਜਾਂਦੇ ਨੇ। ਜਦ ਅਸੀਂ ਸਵਰਗ ਦੇ ਰਾਜ ਵੱਲ ਵਧਾਂਗੇ ਤਾਂ ਸੱਚਮੁੱਚ ਸਾਡੀ ਮੁਕਤੀ ਜਦ ਪਰਮੇਸ਼ਰ ਵੱਲੋਂ ਹੋਵੇਗੀ ਤਾਂ ਅਸੀਂ ਉਸ ਸਦਾ ਦੇ ਜੀਵਨ ਤੱਕ ਪਹੁੰਚਾਂਗੇ, ਸਾਨੂੰ ਆਨੰਦ ਹੋਵੇਗਾ। ਕਿਉਂਕਿ ਅਜਿਹਾ ਨਾ ਹੋਵੇ ਕਿ ਇਸ ਸੰਸਾਰ ਵਿੱਚ ਵਿਅਰਥ ਦੇ ਲੜਾਈ ਝਗੜਿਆ, ਈਰਖਾ, ਕ੍ਰੋਧ ਦੇ ਵਿੱਚ ਪੈ ਕੇ ਅਸੀਂ ਉਸ ਅਨਮੋਲ ਸਮੇਂ ਨੂੰ ਗਵਾ ਲਈਏ ਜੋ ਸਾਨੂੰ ਦੁਬਾਰਾ ਨਹੀਂ ਮਿਲਣ ਵਾਲਾ। ਔਰ ਇਸ ਅਨਮੋਲ ਸਮੇਂ ਦੇ ਵਿੱਚ ਅਸੀਂ ਮਿਹਨਤ ਕਰੀਏ, ਪਰਮੇਸ਼ਰ ਦੇ ਨਾਲ ਮਿਲ ਕੇ ਸਟਰਗਲ ਕਰੀਏ, ਉਹਦੀ ਦਇਆ ਕਿਰਪਾ ਦੇ ਵਿੱਚ ਬਣੇ ਰਹੀਏ, ਉਹਨਾਂ ਦੀ ਆਸ਼ੀਸ਼ ਵਿੱਚ ਬਣੇ ਰਹੀਏ, ਤਾਂ ਜੋ ਅਸੀਂ ਉਹ ਸਾਰੇ ਕੰਮ ਕਰ ਪਾਈਏ ਜੋ ਪਰਮੇਸ਼ਰ ਨੂੰ ਪਸੰਦ ਆਉਣ ਵਾਲੇ ਹੋਣ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ ਲੂਕਾ 12 ਉਹਦੀ 40 ਨੰਬਰ ਆਇਤ ਨੂੰ, ਤੁਸੀਂ ਵੀ ਤਿਆਰ ਰਹੋ ਕਿਉਂ ਜੋ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ। ਹਾਲੇਲੂਇਆ। ਵਚਨ ਸਾਨੂੰ ਕਹਿੰਦਾ ਕਿ ਕਿਤੇ ਸੰਸਾਰ ਨੂੰ ਪ੍ਰਾਪਤ ਕਰਦੇ, ਸੰਸਾਰਿਕ ਚੀਜ਼ਾਂ ਦੇ ਪਿੱਛੇ ਲੱਗ ਕੇ ਤੁਸੀਂ ਇਸ ਅਨਮੋਲ ਸਮੇਂ ਨੂੰ ਗਵਾ ਨਾ ਲਿਓ। ਕਿਉਂਕਿ ਕੱਲ੍ਹ ਅਸੀਂ ਵਚਨ 'ਚੋਂ ਜਾਣਿਆ ਸੀ ਪਰਮੇਸ਼ਰ ਕਹਿੰਦਾ ਕਿ ਇੱਕ ਰੁੱਖ ਨੂੰ ਅਗਰ ਵੱਢ ਦਈਏ ਤਾਂ ਉਹਦੇ ਵੀ ਫੁੱਟਣ ਦੀ ਆਸ ਆ, ਕਿਉਂਕਿ ਉਹਦੀਆਂ ਜੜ੍ਹਾਂ ਨਹੀਂ ਖਤਮ ਹੋਈਆਂ। ਪਰ ਜਦੋਂ ਤੁਸੀਂ ਇੱਕ ਵਾਰੀ ਇਸ ਸੰਸਾਰ ਤੋਂ ਨਾਸ਼ ਹੋ ਗਏ, ਤੁਹਾਡਾ ਖਾਤਮਾ ਆ, ਤੁਸੀਂ ਦੁਬਾਰਾ ਨਹੀਂ ਫੁੱਟ ਪਾਓਗੇ, ਦੁਬਾਰਾ ਨਹੀਂ ਆਓਗੇ। ਇੱਕ ਵਾਰ ਜਦ ਆ ਗਏ ਫਿਰ ਨਹੀਂ ਆਓਗੇ ਵਾਪਸ। ਕਹਿੰਦਾ ਇਸ ਲਈ ਜਿੰਨਾ ਸਮਾਂ ਤੁਸੀਂ ਹੈਗੇ ਆ ਓਨੇ ਸਮੇਂ ਦੇ ਵਿੱਚ ਉਹ ਕੰਮ ਕਰੋ ਜੋ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲੇ ਹੋਣ, ਪ੍ਰਭੂ ਨੂੰ ਪਸੰਦ ਆਉਣ ਵਾਲੇ ਹੋਣ, ਉਸਦੇ ਸਵਰਗ ਰਾਜ ਦੇ ਵਿੱਚ ਪਹੁੰਚਣ ਵਾਲੇ ਹੋਣ, ਉਹਦੀ ਦਇਆ ਕਿਰਪਾ ਦੇ ਵਿੱਚ ਵਧਣ ਵਾਲੇ ਹੋਣ, ਉਹਦੇ ਕੰਮਾਂ ਨੂੰ ਕਰਨ ਵਾਲੇ ਹੋਣ। ਕਹਿੰਦਾ ਅਜਿਹਾ ਨਾ ਹੋਵੇ ਕਿ ਤੁਹਾਡੇ ਕੋਲੋਂ ਉਹ ਸਮਾਂ ਮੁੱਕ ਜਾਵੇ, ਉਹ ਸਮਾਂ ਚਲਾ ਜਾਵੇ ਜਿਸ ਸਮੇਂ ਤੁਸੀਂ ਤੌਬਾ ਕਰਨੀ ਆ। ਕਹਿੰਦਾ ਕਿਉਂਕਿ ਤੁਸੀਂ ਇਹ ਸੋਚਦੇ ਕਿ ਹਜੇ ਤਾਂ ਬਹੁਤਾ ਸਮਾਂ ਆ, ਮੈਂ ਫੇਰ ਕਰ ਲਵਾਂਗਾ। ਕਹਿੰਦਾ ਤੁਹਾਨੂੰ ਨਹੀਂ ਪਤਾ ਕਿ ਸਮਾਂ ਕਿੰਨਾ ਆ। ਕਹਿੰਦਾ ਯੀਸ਼ੂ ਮਸੀਹ ਨੇ ਜਦ ਅੰਤ ਦੇ ਸਮੇਂ ਦੇ ਲਈ ਲੋਕਾਂ ਨੂੰ, ਆਪਣੇ ਧਰਮੀਆਂ ਨੂੰ ਪਾਪੀਆਂ ਦੇ ਵਿੱਚੋਂ ਅਲੱਗ ਕਰਨ ਦੇ ਲਈ, ਪਾਪੀਆਂ ਨੂੰ ਸਜ਼ਾ ਦੇਣ ਦੇ ਲਈ ਆ ਜਾਣਾ। ਕਹਿੰਦਾ ਉਹ ਉਦੋਂ ਆ ਜਾਣਾ ਜਦੋਂ ਤੁਹਾਨੂੰ ਖਿਆਲ ਵੀ ਨਹੀਂ ਹੋਏਗਾ, ਕਿਉਂਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਉਹ ਕਦੋਂ ਆਉਣਾ ਆ। ਕਹਿੰਦਾ ਤੇ ਜਦ ਉਹ ਆਏਗਾ ਕਹਿੰਦਾ ਕਿਸੇ ਨੂੰ ਖਬਰ ਨਾ ਹੋਵੇਗੀ।
ਇਸ ਲਈ ਅੱਜ ਹੀ ਇਸੇ ਸਮੇਂ ਤੋਂ ਤੌਬਾ ਕਰ ਲਓ, ਕਿਉਂਕਿ ਉਹ ਸਮਾਂ ਤੁਹਾਨੂੰ ਦੱਸ ਕੇ ਨਹੀਂ ਆਉਣਾ ਕਿ ਜਦੋਂ ਉਹ ਸਮਾਂ ਨੇੜੇ ਆ ਜਾਏਗਾ ਉਸ ਸਮੇਂ ਮੈਂ ਤੌਬਾ ਸ਼ੁਰੂ ਕਰ ਲਵਾਂਗਾ ਤੇ ਮੈਂ ਬਚਾ ਲਿਆ ਜਾਵਾਂਗਾ, ਕਿਉਂਕਿ ਉਹ ਸਮਾਂ ਚੋਰ ਦੀ ਨਿਆਈ ਆਉਣਾ ਆ ਔਰ ਉਹ ਸਮਾਂ ਕਦੋਂ ਆ ਜਾਣਾ ਕਿਸੇ ਨੂੰ ਨਹੀਂ ਪਤਾ। ਇਸ ਲਈ ਹੁਣ ਤੋਂ ਹੀ ਇਸੇ ਹੀ ਵੇਲੇ ਤੋਂ ਤਿਆਰੀ ਕਰੋ ਔਰ ਖਿਆਲ ਰੱਖੋ ਕਿ ਉਸ ਸਮੇਂ ਦੀ ਕਿਸੇ ਨੂੰ ਖਬਰ ਨਹੀਂ ਹੈ, ਹੋ ਸਕਦਾ ਉਹ ਕੱਲ੍ਹ ਹੀ ਆ ਜਾਵੇ। ਇਸ ਲਈ ਮੈਂ ਅੱਜ ਹੀ ਤੌਬਾ ਕਰ ਲਵਾਂ, ਕਿਤੇ ਮੈਂ ਨਾਸ਼ ਨਾ ਕੀਤਾ ਜਾਵਾਂ, ਕਿਤੇ ਮੈਂ ਭਸਮ ਨਾ ਹੋ ਜਾਵਾਂ, ਕਿਤੇ ਮੈਂ ਸਵਰਗ ਦੇ ਵਿੱਚੋਂ ਨਰਕ ਵਿੱਚ ਸਿੱਟਣ ਦੇ ਲਈ ਨਾ ਦਿੱਤਾ ਜਾਵਾਂ, ਪਰ ਮੈਂ ਆਸ਼ੀਸ਼ ਨੂੰ ਗਵਾ ਨਾ ਬੈਠਾ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ ਅਫਸੀਆ 6 ਉਹਦੀ 10 ਔਰ 11 ਨੰਬਰ ਆਇਤ ਨੂੰ। ਮੁੱਕਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸਾਮਰਥ ਦੀ ਸ਼ਕਤੀ ਵਿੱਚ ਤਕੜੇ ਹੋਵੋ, ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਪਹਿਨ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰ ਸਕੋ। ਹਾਲੇਲੂਇਆ। ਵਚਨ ਸਾਨੂੰ ਕੀ ਦੱਸਦਾ? ਫਾਈਨਲ ਲਾਸਟ ਆਖਰੀ ਗੱਲ ਕੀ ਆ? ਕਹਿੰਦਾ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰਨ ਦੇ ਲਈ ਪਰਮੇਸ਼ਰ ਦੇ ਸ਼ਸਤਰ ਵਸਤਰ ਪਹਿਨ ਲਵੋ। ਹਾਲੇਲੂਇਆ। ਜਦ ਅਸੀਂ ਸੰਸਾਰ ਵਿੱਚ ਆ ਕੇ ਪਾਪ 'ਚ ਡਿੱਗਦੇ ਹਾਂ, ਅਸੀਂ ਪਰਮੇਸ਼ਰ ਨਾਲੋਂ ਵੱਧ ਸੰਸਾਰ ਨੂੰ ਪਿਆਰ ਕਰਦੇ ਹਾਂ, ਸਾਨੂੰ ਪੈਸਾ ਜਾਂ ਸੰਸਾਰਿਕ ਚੀਜ਼ਾਂ ਦੀ ਵਧੇਰੇ ਜ਼ਰੂਰਤ ਹੁੰਦੀ ਆ। ਇਹਦਾ ਮਤਲਬ ਕਿ ਸ਼ੈਤਾਨ ਤੁਹਾਡੇ ਮਨ ਨੂੰ ਕੰਟਰੋਲ ਕਰ ਰਿਹਾ, ਤੁਹਾਡੇ ਦਿਮਾਗ ਨੂੰ ਭ੍ਰਿਸ਼ਟ ਕਰ ਰਿਹਾ, ਤੁਹਾਡੇ ਅੰਦਰ ਬੁਰੇ ਵਿਚਾਰ, ਗਲਤ ਸੋਚ, ਗਲਤ ਕਨਸੈਪਟ ਨੂੰ ਪਾ ਰਿਹਾ ਕਿ ਤੁਸੀਂ ਸੰਸਾਰਿਕ ਚੀਜ਼ਾਂ ਲਓ, ਤੁਸੀਂ ਬੰਗਲੋ ਖੜੇ ਕਰੋ, ਗੱਡੀਆਂ ਬਣਾਓ, ਬੈਂਕ ਬੈਲੈਂਸ ਭਰ ਲਓ। ਤਾਂ ਕਹਿੰਦਾ ਇਹ ਸਭ ਦੇ ਸਭ ਕੰਮ ਸ਼ੈਤਾਨ ਦੇ ਆ, ਅਤੇ ਜਿਹੜਾ ਸ਼ੈਤਾਨ ਆ ਉਹ ਨਹੀਂ ਚਾਹੁੰਦਾ ਤੁਸੀਂ ਪ੍ਰਭੂ ਦੇ ਨੇੜੇ ਕੀਤੇ ਜਾਓ। ਕਹਿੰਦਾ ਉਹ ਤੁਹਾਨੂੰ ਪਰਮੇਸ਼ਰ ਦੇ ਨੇੜੇ ਹੋਣ ਤੋਂ ਰੋਕਦਾ, ਤੁਹਾਡੇ ਰਾਹਾਂ ਦੇ ਵਿੱਚ ਰੁਕਾਵਟ ਪਾਉਂਦਾ ਆ। ਇਸੇ ਲਈ ਸਭ ਤੋਂ ਵੱਡੀ ਰੁਕਾਵਟ ਕੀ ਹੈ? ਸ਼ੈਤਾਨ ਆ, ਜੋ ਤੁਹਾਨੂੰ ਗਲਤ ਸੰਗਤੀ 'ਚ ਲੈ ਕੇ ਜਾਂਦਾ, ਗਲਤ ਕੰਮ ਕਰਵਾਉਂਦਾ ਹੈ। ਤਾਂ ਵਚਨ ਕਹਿੰਦਾ ਕਿ ਆਖਰੀ ਗੱਲ, ਫਾਈਨਲ ਗੱਲ ਇਹ ਆ, ਸਾਰੀਆਂ ਗੱਲਾਂ ਦਾ ਹੱਲ ਇਹ ਆ ਕਿ ਤੁਸੀਂ ਉਸ ਸ਼ੈਤਾਨ ਦੇ ਖਿਲਾਫ ਪਰਮੇਸ਼ਰ ਦੇ ਸ਼ਸਤਰ ਵਸਤਰਾਂ ਨੂੰ ਪਹਿਨ ਕੇ ਜੰਗ ਲੜਨ ਦੇ ਲਈ ਹਮੇਸ਼ਾ ਤਿਆਰ ਰਹੋ, ਤਾਂ ਜੋ ਤੁਸੀਂ ਸਮਝ ਸਕੋ ਕਿ ਉਹ ਤੁਹਾਨੂੰ ਸੰਸਾਰ ਵਿੱਚ ਫਸਾ ਕੇ ਸਵਰਗ ਨੂੰ ਖੋਣਾ ਚਾਹੁੰਦਾ ਆ। ਉਹ ਚਾਹੁੰਦਾ ਹੈ ਕਿ ਜੇ ਮੈਂ ਨਰਕ ਵਿੱਚ ਡਿੱਗਣ ਵਾਲਾ ਆ ਤਾਂ ਇਹ ਸਭ ਦੇ ਸਭ ਵੀ ਨਰਕ 'ਚ ਸਿੱਟੇ ਜਾਣ। ਕਹਿੰਦਾ ਉਸ ਨਰਕ ਦੀ ਅੱਗ ਦੇ ਵਿੱਚੋਂ ਬਚਣ ਦੇ ਲਈ, ਉਸ ਸਦਾ ਦੀ ਜੇਲ੍ਹ ਵਿੱਚੋਂ, ਸਦਾ ਦੀ ਕੈਦ ਵਿੱਚੋਂ, ਸਦਾ ਦੀ ਮੌਤ ਦੇ ਵਿੱਚੋਂ ਬਚਣ ਦੇ ਲਈ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆ ਪਰਮੇਸ਼ਰ ਦੇ ਅੱਗੇ ਮਿਹਨਤ ਕਰੋ, ਦਇਆ ਦੇ ਲਈ ਪ੍ਰਾਰਥਨਾਵਾਂ ਕਰੋ, ਆਪਣੇ ਆਪ ਨੂੰ ਬਦਲ ਲਓ, ਧੋ ਲਓ, ਸ਼ੁੱਧ ਕਰ ਲਓ, ਆਗਿਆਕਾਰੀ ਵਿੱਚ ਆ ਜਾਓ, ਹੁਕਮਾਂ ਔਰ ਵਿਧੀਆਂ ਦੇ ਵਿੱਚ ਇਸ ਕਦਰ ਵੜ ਜਾਓ ਕਿ ਜਦ ਤੁਸੀਂ ਬੋਲੋ ਤੁਹਾਡੇ ਲਈ ਹੋ ਜਾਵੇ, ਜਦ ਤੁਸੀਂ ਕਹੋ ਤੁਹਾਡੇ ਲਈ ਕੀਤਾ ਜਾਵੇ, ਜਦ ਤੁਸੀਂ ਮੰਗੋ ਤੁਹਾਨੂੰ ਦਿੱਤਾ ਜਾਵੇ। ਜਦ ਵੀ ਤੁਸੀਂ ਸ਼ੈਤਾਨ ਨੂੰ ਹੁਕਮ ਦਿਓ, ਸ਼ੈਤਾਨ ਦੀਆਂ ਭਾਜੜਾਂ ਪੈ ਜਾਣ, ਉਹ ਤੁਹਾਡੇ ਸਾਹਮਣੇ ਟਿਕ ਨਾ ਸਕੇ। ਉਹ ਸ਼ਰਮਿੰਦਾ ਅਤੇ ਹਾਰਿਆ ਹੋਇਆ ਸ਼ੈਤਾਨ ਤੁਹਾਨੂੰ ਹਮੇਸ਼ਾ ਲਈ ਛੱਡੇ ਅਤੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਦਫਾ ਦੂਰ ਹੋ ਜਾਵੇ। ਹਾਲੇਲੂਇਆ। ਤਾਂ ਆਵਾਜ਼ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਖੁਦਾਵੰਦ ਖੁਦਾ। ਸ਼ੁਕਰ ਕਰਦੇ ਪ੍ਰਭੂ ਜੀ ਅੱਜ ਦੇ ਸਵੇਰ ਦੇ ਲਈ ਪਿਤਾ ਪਰਮੇਸ਼ਰ, ਅੱਜ ਦੇ ਅਨਮੋਲ ਸਾਹਾਂ ਦੇ ਲਈ ਖੁਦਾਵੰਦ, ਅੱਜ ਦੇ ਸੁੰਦਰ ਸਮੇਂ ਦੇ ਲਈ ਪਰਮੇਸ਼ਰ ਪਿਤਾ। ਧੰਨਵਾਦ ਕਰਦੇ ਖੁਦਾਵੰਦ ਜੋ ਰਾਤ ਦੇ ਸਮੇਂ ਤੁਸੀਂ ਸੰਭਾਲ ਕੇ ਰੱਖਿਆ, ਮਿੱਠੀ ਪਿਆਰੀ ਨੀਂਦ ਦਿੱਤੀ ਖੁਦਾਵੰਦ, ਸਵੇਰ ਦੇ ਨਵੇਂ ਬਲ ਔਰ ਨਵੇਂ ਸਾਹ ਬਖਸ਼ੇ ਪਿਤਾ। ਤੁਹਾਡੇ ਦੂਤਾਂ ਨੇ ਸਾਡੀ ਰਕਸ਼ਾ ਹਿਫਾਜ਼ਤ ਕੀਤੀ ਪਿਤਾ, ਫਿਰ ਤੋਂ ਤੰਦਰੁਸਤੀ ਦਿੱਤੀ ਪਿਤਾ ਪਰਮੇਸ਼ਰ, ਸਾਡੀ ਆਤਮਾ ਨੂੰ ਜਿਉਂਦਾ ਰੱਖਿਆ ਪਿਤਾ ਪਰਮੇਸ਼ਰ, ਸਾਡੇ ਸਰੀਰ ਨੂੰ ਇੱਕ ਮੌਕਾ ਦਿੱਤਾ ਕਿ ਅਸੀਂ ਫਿਰ ਤੋਂ ਆਪਣੇ ਗਲਤ ਰਾਹਾਂ ਤੋਂ, ਗਲਤ ਕੰਮਾਂ ਤੋਂ ਤੌਬਾ ਕਰ ਸਕੀਏ, ਤੁਹਾਡੇ ਨਾਮ ਦੇ ਵਿੱਚ ਵਧੀਏ ਔਰ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰੀਏ। ਖੁਦਾਵੰਦ ਸੱਚਮੁੱਚ ਤੁਸੀਂ ਕਿਹਾ ਹੈ ਕਿ ਜਦ ਵੀ ਤੁਸੀਂ ਪੁਕਾਰੋ ਮੈਂ ਤੁਹਾਨੂੰ ਉੱਤਰ ਦੇਵਾਂਗਾ, ਪਰ ਖੁਦਾਵੰਦ ਅਸੀਂ ਆਪਣੇ ਹੀ ਗਲਤੀਆਂ, ਗੁਨਾਹਾਂ, ਪਾਪਾਂ ਦੇ ਕਰਕੇ ਉਸ ਉੱਤਰ ਨੂੰ ਗਵਾ ਲੈਨੇ ਪ੍ਰਭੂ ਜੀ। ਸਾਡੀ ਅਣਆਗਿਆਕਾਰੀ ਕਰਕੇ, ਅਸੀਂ ਤੁਹਾਡੇ ਹੁਕਮਾਂ ਨੂੰ ਭੁੱਲੇ ਬੈਠੇ ਕਰਕੇ ਖੁਦਾਵੰਦ ਅਸੀਂ ਉਸ ਉੱਤਰ ਨੂੰ ਪ੍ਰਾਪਤ ਨਹੀਂ ਕਰ ਪਾ ਰਹੇ। ਪਰ ਪ੍ਰਭੂ ਜੀ ਤੁਸੀਂ ਦੱਸਿਆ ਹੈ ਕਿ ਜਦ ਤੁਸੀਂ ਦੁੱਖ ਕਰੋਗੇ, ਸੋ ਕਰੋਗੇ, ਰੋਵੋਗੇ, ਤੁਹਾਡਾ ਆਨੰਦ, ਹਾਸਾ ਜਿਹੜਾ ਉਹ ਉਦਾਸੀ ਵਿੱਚ ਬਦਲ ਜਾਵੇਗਾ। ਜਦ ਤੁਸੀਂ ਨੀਵੇਂ ਹੋਵੋਗੇ ਤਾਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਉੱਚੇ ਕੀਤੇ ਜਾਓਗੇ। ਖੁਦਾਵੰਦ ਅੱਜ ਜਿੰਨੇ ਵੀ ਭੈਣ ਭਾਈ ਤੁਹਾਡੀ ਹਜ਼ੂਰੀ ਵਿੱਚ ਬੈਠੇ ਨੇ ਪਿਤਾ, ਹਰ ਇੱਕ ਜਨ ਅੱਜ ਤੁਹਾਡੀ ਹਜ਼ੂਰੀ 'ਚ ਝੁਕਦਾ ਪਿਤਾ, ਆਪਣੇ ਆਪ ਨੂੰ ਨਮਰ ਕਰਦੇ ਖੁਦਾਵੰਦ, ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਪਿਤਾ ਪਰਮੇਸ਼ਰ। ਸੱਚਮੁੱਚ ਉਹਨਾਂ ਸਾਰੇ ਗਲਤ ਰਾਹਾਂ ਤੋਂ ਅੱਜ ਸਾਨੂੰ ਮੋੜ ਲਿਆਓ ਪਿਤਾ ਪਰਮੇਸ਼ਰ। ਜਾਣੇ ਅਣਜਾਣੇ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਪਿਤਾ ਪਰਮੇਸ਼ਰ, ਬਖਸ਼ ਲਓ ਪ੍ਰਭੂ ਜੀ। ਅਸੀਂ ਆਪਣੇ ਆਪ ਨੂੰ ਦੀਨ ਤੇ ਨਮਰ ਕਰਦੇ ਪਰਮੇਸ਼ਰ ਪਿਤਾ, ਅਸੀਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪ ਦਿਆ ਕਰੋ ਪ੍ਰਭੂ ਜੀ, ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਹੈ ਕਿ ਮੈਂ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਕ੍ਰੋਧ ਕਰਨ ਦੇ ਲਈ ਨਹੀਂ ਪਰ ਕਿਰਪਾ ਅਤੇ ਮੁਕਤੀ ਦੇ ਲਈ ਭੇਜਿਆ ਪਰਮੇਸ਼ਰ ਪਿਤਾ। ਅੱਜ ਤੋਂ ਜਿੰਨੇ ਵੀ ਜਨ ਤੁਹਾਡੀ ਹਜ਼ੂਰੀ 'ਚ ਬੈਠੇ ਨੇ, ਤੁਹਾਡੀ ਕਿਰਪਾ, ਤੁਹਾਡੀ ਆਸ਼ੀਸ਼, ਤੁਹਾਡੀ ਬਰਕਤ ਦੇ ਵਿੱਚ ਵਾਧੇ ਜਾਣ ਪਿਤਾ ਪਰਮੇਸ਼ਰ। ਪੂਰੇ ਘਰ ਪਰਿਵਾਰ ਘਰਾਣੇ ਸੱਚਮੁੱਚ ਕਿਰਪਾ ਦੇ ਹੇਠਾਂ ਹੋਣ ਪਿਤਾ ਪਰਮੇਸ਼ਰ। ਇਹਨਾਂ ਦਾ ਵਿਸ਼ਵਾਸ, ਇਹਨਾਂ ਦੀ ਦਇਆ
ਤੁਹਾਡੇ ਸਵਰਗ ਰਾਜ ਦੇ ਵਿੱਚ ਵਧੇ। ਪਿਤਾ ਪਰਮੇਸ਼ਰ ਤੁਹਾਡਾ ਆਤਮਾ ਇਹਨਾਂ ਨੂੰ ਪਵਿੱਤਰ, ਸ਼ੁੱਧ ਅਤੇ ਆਜ਼ਾਦ ਕਰੇ। ਤੁਹਾਡੇ ਲਹੂ ਦੀਆਂ ਵਾੜਾਂ ਇਹਨਾਂ ਘਰਾਂ ਪਰਿਵਾਰਾਂ ਦੇ ਚਾਰ ਚੁਫੇਰੇ ਲਗਾਉਣੇ। ਖੁਦਾਵੰਦ ਸੱਚਮੁੱਚ ਪ੍ਰਭੂ ਜੀ ਅਸੀਂ ਤਿਆਰ ਹੋ ਜਾਈਏ, ਅੱਜ ਹੀ ਸੱਚੇ ਮਨ ਤੋਂ ਅਸੀਂ ਤੌਬਾ ਕਰੀਏ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਦ ਆਵੇਗਾ ਜਦ ਪਰਮੇਸ਼ਰ ਦਾ ਪੁੱਤਰ ਚੋਰ ਦੀ ਨਿਆਈ ਆਵੇਗਾ ਔਰ ਪਾਪੀਆਂ ਦੇ ਧਰਮੀਆਂ ਨੂੰ ਅਲੱਗ-ਅਲੱਗ ਕਰੇਗਾ, ਲੋਹੇ ਦੇ ਡੰਡੇ ਦੇ ਨਾਲ ਰਾਜ ਕਰੇਗਾ। ਖੁਦਾਵੰਦ ਉਸ ਸਮੇਂ ਆਉਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਰਾਜ ਦੇ ਲਈ ਤਿਆਰ ਕਰੋ। ਪਰਮੇਸ਼ਰ ਪਿਤਾ ਅਸੀਂ ਅਜਿਹੇ ਹੋਈਏ ਜੋ ਤੁਸੀਂ ਆਨੰਦ ਦੇ ਨਾਲ ਸਾਨੂੰ ਗਲੇ ਲਗਾਓ। ਪਿਤਾ ਅਜਿਹਾ ਨਾ ਹੋਵੇ ਕਿ ਅਸੀਂ ਉਸ ਨਰਕ ਵਿੱਚ ਸਿੱਟਣ ਦੇ ਲਈ ਦਿੱਤੇ ਜਾਈਏ। ਅਸੀਂ ਜਦ ਵੀ ਪੁਕਾਰੀਏ ਤੁਸੀਂ ਸਾਡੀ ਆਵਾਜ਼ ਨੂੰ ਸੁਣੋ ਅਤੇ ਉੱਤਰ ਦਿਓ। ਪਿਤਾ ਅਸੀਂ ਅਜਿਹੇ ਕੰਮ ਕਰੀਏ ਜੋ ਅਸੀਂ ਅਣਆਗਿਆਕਾਰੀ ਦੇ ਵਿੱਚ ਨਾ ਬਲਕਿ ਆਗਿਆਕਾਰੀ ਦੇ ਵਿੱਚ ਚੱਲਣ ਵਾਲੇ ਹੋ ਜਾਈਏ। ਅਸੀਂ ਤੁਹਾਡੇ ਹੁਕਮਾਂ ਵਿਧੀਆਂ ਦੀ ਪਾਲਣਾ ਕਰਨ ਵਾਲੇ ਹੋ ਜਾਈਏ, ਤੁਹਾਡੇ ਰਾਹਾਂ ਤੇ ਚੱਲੀਏ ਔਰ ਉਹਨਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ। ਪਿਤਾ ਤੁਹਾਡੇ ਵਚਨ ਦੀ ਦੋ ਧਾਰੀ ਤਲਵਾਰ ਨੂੰ ਅਸੀਂ ਪਹਿਨ ਲਈਏ ਪਿਤਾ, ਔਰ ਸੱਚਮੁੱਚ ਉਸ ਸ਼ੈਤਾਨ ਦਾ ਸਾਹਮਣਾ ਕਰ ਸਕੀਏ। ਖੁਦਾਵੰਦ ਤੁਹਾਡੀ ਸਾਮਰਥ, ਤੁਹਾਡੀ ਸ਼ਕਤੀ, ਤੁਹਾਡੀ ਤਾਕਤ ਦੇ ਵਿੱਚ ਵਾਧੇ ਜਾਈਏ। ਪਰਮੇਸ਼ਰ ਦੇ ਸਾਰੇ ਸ਼ਾਸਤਰ ਵਸਤਰਾਂ ਨੂੰ ਪਹਿਨ ਲਈਏ, ਤੁਹਾਡੇ ਵਚਨ ਦੀ ਇਸ ਤਾਕਤ ਨੂੰ ਸਮਝ ਸਕੀਏ। ਖੁਦਾਵੰਦ ਇਸ ਹਥਿਆਰ ਨੂੰ ਇਸਤੇਮਾਲ ਕਰਨ ਦੀ ਗਿਆਨ, ਬੁੱਧ ਔਰ ਸਮਝ ਦਿਓ। ਪਰਮੇਸ਼ਰ ਪਿਤਾ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਮਾਫ ਕਰੋ। ਪ੍ਰਭੂ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਿਰਪਾ ਤੇ ਆਪਣੀ ਦਇਆ ਦੇ ਵਿੱਚ ਸਾਨੂੰ ਲੈ ਆਓ। ਪਿਤਾ ਪਰਮੇਸ਼ਰ ਜਾਣੇ ਅਣਜਾਣੇ ਦੇ ਵਿੱਚ ਅਸੀਂ ਜੋ ਵੀ ਅਨਾਗਿਆਕਾਰੀ ਕੀਤੀ ਉਹ ਸਾਰੇ ਅਨਾਗਿਆਕਾਰੀ ਤੋਂ ਅਸੀਂ ਤੌਬਾ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਆਗਿਆਕਾਰੀ ਦੇ ਵਿੱਚ ਬਣੇ ਰਹਿਣ ਦੇ ਵਿੱਚ ਸਾਡੀ ਮਦਦ ਸਹਾਇਤਾ ਕਰੋ। ਪ੍ਰਭੂ ਜੀ ਤੁਹਾਡੇ ਦੂਤ ਸਾਡੀ ਰਕਸ਼ਾ ਹਿਫਾਜ਼ਤ ਕਰਨ। ਪਿਤਾ ਤੁਹਾਡੀ ਕਿਰਪਾ, ਤੁਹਾਡੀ ਦਇਆ, ਤੁਹਾਡੀ ਸ਼ਾਂਤੀ, ਤੁਹਾਡਾ ਆਨੰਦ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਬਣਿਆ ਰਹੇ। ਖੁਦਾਵੰਦ ਸਾਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਹਾਂ। ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।